ਬਿਮਾਰੀਆਂ ਹੁੰਦੀਆਂ ਕੀ ਨੇ? ਫਾਰੂਕੀ ਜੀ, ਬੇਸਿਕਲੀ ਕੋਈ ਬਿਮਾਰੀ ਜਿਵੇਂ ਆਪਾਂ ਕਹਦੇ ਕਿ ਸਮੱਸਿਆ ਨਹੀਂ ਹੈ। ਬੇਸਿਕਲੀ ਇਹ ਕੁਦਰਤ ਦਾ ਇੱਕ ਸੁਨੇਹਾ ਵਾ ਕਿ ਸਾਡੇ ਸਰੀਰ ਦੇ ਵਿੱਚ ਕੁਝ ਨਾ ਕੁਝ ਗੜਬੜ ਹੋ ਰਹੀ ਆ, ਸਾਡੇ ਸਰੀਰ ਦੇ ਅੰਦਰ ਕੋਈ ਗਲਤ ਚੀਜ਼ ਐਂਟਰ ਕਰ ਗਈ, ਸਾਡਾ ਸਰੀਰ ਸਾਨੂੰ ਮੈਸੇਜ ਦਿੰਦਾ। ਔਰਤਾਂ ਦੇ ਵਿੱਚ ਕਿਸੇ ਗੰਭੀਰ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਸਰੀਰ ਹੈ ਉਹ ਸੰਕੇਤ ਛੱਡਦਾ ਸਿਗਨਲ ਵਾਂਗੂ। ਹਾਂਜੀ, ਵੈਸੇ ਤਾਂ ਸਾਰੀਆਂ ਬਿਮਾਰੀਆਂ ਤੋਂ ਪਹਿਲਾਂ ਕੋਈ ਵੀ ਬਿਮਾਰੀ ਆ ਬਾਡੀ ਸਾਡੀ ਸੰਕੇਤ ਜ਼ਰੂਰ ਦਿੰਦੀ ਆ। ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਬਿਮਾਰੀਆਂ ਜ਼ਿਆਦਾ ਕਿਉਂ ਲੱਗਦੀਆਂ ਨੇ? ਇਹ ਕੀ ਕਾਰਨ ਮੰਨਦੇ ਨੇ? ਸਾਰੇ ਅੰਗ ਨੇ ਔਰਤ ਕੋਲੇ ਵੀ ਜੋ ਮਰਦ ਕੋਲੇ ਨੇ। ਦਿਲ ਹੈ, ਦਿਮਾਗ ਹੈ, ਫੇਫੜੇ ਆ, ਲੀਵਰ ਆ, ਕਿਡਨੀ ਆ, ਸਾਰੇ ਬਰਾਬਰ ਪੈਰਲਰ ਅੰਗ ਨੇ। ਪਰ ਇੱਕ ਅੰਗ ਉਹਦੇ ਕੋਲ ਲੇਡੀਜ਼ ਨੂੰ ਪੀਰੀਅਡਸ ਦੀ ਪ੍ਰੋਬਲਮ ਆ ਰਹੀ ਆ, ਹਾਰਮੋਨ ਇੰਬੈਲੈਂਸ, ਲਿਕੋਰੀਆ, ਬੱਚੇਦਾਨੀ ਦੇ ਵਿੱਚ ਰਸੌਲੀਆਂ ਪਾਣੀ ਵਾਲੀਆਂ ਜਾਂ ਦੂਸਰੀਆਂ ਫਾਈਬਰਾਈਡਸ, ਇਨਫਰਟੀਲਿਟੀ, ਫੀਮੇਲ ਇਨਫਰਟੀਲਿਟੀ, ਮਿਸਕੈਰੇਜ ਦੀ ਪ੍ਰੋਬਲਮ, ਜਿੰਨੀਆਂ ਵੀ ਬਿਮਾਰੀਆਂ ਦੀ ਗੱਲ ਕਰੋ ਇਹ ਅੱਗੇ ਦੇ ਵੱਧਦੀਆਂ ਜਾ ਰਹੀਆਂ ਨੇ। ਇਸੇ ਕਰਕੇ ਔਰਤਾਂ ਨੂੰ ਲੱਤਾਂ 'ਚ ਦਰਦ, ਢੂਈ 'ਚ ਦਰਦ ਜਾਂ ਬੱਚੇਦਾਨੀ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਜ਼ਿਆਦਾ ਆਉਂਦੀਆਂ ਨੇ। ਲੋਕਾਂ ਨੂੰ ਦਵਾਈਆਂ ਖਾਂਦਿਆਂ ਬੜਾ ਟਾਈਮ ਹੋ ਗਿਆ, ਇਲਾਜ ਵੀ ਕਰਾ ਰਹੇ ਨੇ ਔਰ ਘਰ ਦੇ ਵਿੱਚੋਂ ਬਿਮਾਰੀ ਜਾ ਵੀ ਨਹੀਂ ਰਹੀ। ਫਿਰ ਇਹਦਾ ਕੀ ਕਾਰਨ ਹੈ? ਜੋ ਸਾਡੀਆਂ ਬਿਮਾਰੀਆਂ ਨੇ, ਪਹਿਲੀ ਗੱਲ ਤਾਂ ਸਰੀਰ ਹੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਸਾਨੂੰ ਕੰਮ ਕਰ ਲੈਣ ਦੇਣਾ ਚਾਹੀਦਾ ਸਰੀਰ ਨੂੰ। ਇਹੀ ਗਲਤੀ ਜਦੋਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ, ਦਵਾਈਆਂ ਨਾਲ ਬਿਮਾਰੀ ਨੂੰ ਦੱਬਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਤਾਂ ਉਹ ਠੀਕ ਤਾਂ ਕਿੱਥੋਂ ਹੋਣਾ ਸੀਗਾ। ਸਰੀਰ ਆਪਦਾ ਕੰਮ ਕਰੀ ਜਾਂਦਾ, ਦਵਾਈਆਂ ਆਪਦਾ ਕੰਮ ਕਰੀ ਜਾਂਦੇ ਨੇ, ਅੱਗੇ ਪ੍ਰੋਬਲਮ ਵਧੀ ਹੀ ਤੁਰੀ ਜਾਂਦੀ। ਮੇਰੇ ਕਹਿਣ ਦਾ ਮਤਲਬ ਫੂਡ ਐਜ਼ ਮੈਡੀਸਨ ਅਸੀਂ ਇਸਤੇਮਾਲ ਕਰ ਸਕਦੇ ਹਾਂ, ਆਪਣੇ ਖਾਣੇ ਨੂੰ ਦਵਾਈਆਂ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ। ਅਸੀਂ ਬਿਲਕੁਲ ਠੀਕ ਰਹਿ ਸਕਦੇ ਹਾਂ। ਜੇ ਆਪਾਂ ਪੈਟਰੋਲ ਵਾਲੀ ਕਾਰ ਨੂੰ ਡੀਜ਼ਲ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਮੇਰੇ ਹਿਸਾਬ ਨਾਲ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਉਹ ਕਾਰ ਸਕਸੈਸਫੁਲੀ ਰਨ ਨਹੀਂ ਕਰੇਗੀ। ਕਿ ਅਗਰ ਇਦਾਂ ਦੇ ਸੰਕੇਤ ਸਰੀਰ ਛੱਡਦਾ ਹੈ, ਇਦਾਂ ਦੀ ਚੀਜ਼ਾਂ ਵੱਲ ਸਾਡੇ ਇਸ਼ਾਰੇ ਕਰਦਾ ਹੈ, ਤੇ ਫਿਰ ਦਵਾਈਆਂ ਇਸ ਚੀਜ਼ ਦਾ ਹੱਲ ਹੈਗੀਆਂ ਨੇ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ? ਨੈਚੁਰਲ ਮੈਡੀਸਨ, ਕੁਦਰਤੀ ਦਵਾਈਆਂ ਅੱਜ ਅਵੇਲੇਬਲ ਨੇ। ਇਹਨਾਂ ਨੂੰ ਵਰਤ ਕੇ ਅਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਬਿਲਕੁਲ ਕੁਦਰਤੀ ਢੰਗ ਨਾਲ ਠੀਕ ਕਰ ਸਕਦੇ ਹਾਂ। ਪੇਟ ਦੇ ਵਿੱਚ ਗੈਸ, ਤੇਜ਼ਾਬ, ਕਬਜ਼ ਬਣਦਾ, ਸਾਡੇ ਬਹੁਤ ਸਾਰੇ ਭੈਣ ਭਰਾ ਰੋਜ਼ ਲਗਾਤਾਰ ਗੋਲੀਆਂ ਖਾਂਦੇ ਆ। ਮੈਂ ਫਾਰਮੂਲਾ ਦੱਸਦਾ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਸਾਡੇ ਘਰਾਂ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਹੋਵੇ, ਸ਼ਾਇਦ ਹੀ ਕੋਈ ਅਜਿਹਾ ਦੋਸਤ ਮਿੱਤਰ ਜਾਂ ਫਿਰ ਰਿਸ਼ਤੇਦਾਰ ਹੋਵੇ ਜਿਨ੍ਹਾਂ ਦੇ ਘਰ ਕੋਈ ਨਾ ਕੋਈ ਬਿਮਾਰੀ ਨਾ ਹੋਵੇ। 1% ਘਰਾਂ ਨੂੰ ਛੱਡ ਕੇ ਲਗਭਗ ਅੱਜ ਕੱਲ੍ਹ ਘਰਾਂ ਦੇ ਵਿੱਚ ਜਿਹੜੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਮਿਲੀ ਜਾਂਦੀਆਂ ਨੇ। ਅਜਿਹੇ ਦੇ ਵਿੱਚ ਅਸੀਂ ਇਲਾਜ ਵੀ ਆਪਣੀ ਹੈਸੀਅਤ ਮੁਤਾਬਕ ਵੱਡੇ ਵੱਡੇ ਹਸਪਤਾਲਾਂ ਤੋਂ, ਵੱਡੇ ਵੱਡੇ ਡਾਕਟਰਸ ਤੋਂ ਕਰਵਾ ਰਹੇ ਹਾਂ। ਪਰ ਕਿਤੇ ਨਾ ਕਿਤੇ ਜਿਹੜਾ ਫਾਇਦਾ ਹੈ ਉਹ ਹੋਣ ਦੀ ਥਾਂ 'ਤੇ ਉਲਟਾ ਉਸ ਚੀਜ਼ ਦਾ ਨੁਕਸਾਨ ਹੋ ਰਿਹਾ ਹੈ ਔਰ ਸਾਨੂੰ ਸਾਲਾਂ ਬੱਧੀ ਜਿਹੜੀ ਮੈਡੀਕਲ ਦਵਾਈ ਹੈਗੀ ਹੈ, ਜਿਹੜੀ ਐਲੋਪੈਥੀ ਦੀ ਜਾਂ ਅਸੀਂ ਕਹਿ ਲਈਏ ਕਿ ਕੈਮੀਕਲ ਭਰਪੂਰ ਦਵਾਈਆਂ, ਉਸ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਵੈਦ ਆਨੰਦ ਕੁਮਾਰ, ਜਿਨ੍ਹਾਂ ਦੀ ਅਸੀਂ ਪਿਛਲੀ ਵਾਰ ਤੁਹਾਨੂੰ ਵੀਡੀਓ ਦਿਖਾਈ ਸੀ, ਕੁਦਰਤ ਦੇ ਬੜੇ ਨੇੜੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਸਿਚੁਏਸ਼ਨ ਦਾ, ਅਸੀਂ ਜਿਹੜਾ ਕਹਿ ਸਕਦੇ ਹਾਂ ਕਿ ਇੱਦਾਂ ਦੇ ਸੰਦਰਭ ਦੇ ਵਿੱਚੋਂ ਜਦੋਂ ਕੋਈ ਚੀਜ਼ ਨਿਕਲ ਕੇ ਆਉਂਦੀ ਹੈ ਤਾਂ ਉਹਦਾ ਹੱਲ ਕੀ ਹੈ। ਕਿਸ ਤਰੀਕੇ ਨਾਲ ਜਿਹੜੀਆਂ ਲੌਂਗ ਟਰਮ ਬਿਮਾਰੀਆਂ ਚੱਲਦੀਆਂ ਨੇ ਜਾਂ ਛੋਟੇ-ਛੋਟੀਆਂ ਬਿਮਾਰੀਆਂ ਨੇ ਜਿਸ ਦੇ ਉੱਤੇ ਵੱਡੇ ਸਾਡੇ ਆਰਥਿਕ ਜਿਹੜੀ ਢਾਲ ਲੱਗਦੀ ਹੈ ਪਰਿਵਾਰਾਂ ਨੂੰ, ਕਿਵੇਂ ਕੁਦਰਤ ਦੇ ਨੇੜੇ ਰਹਿ ਕੇ ਦੂਰ ਕੀਤੇ ਜਾ ਸਕਦੇ ਨੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਵੈਦ ਸਾਹਿਬ, ਤੁਹਾਡੀ ਪਿਛਲੀ ਜਿਹੜੀ ਪਿੱਤੇ ਦੀ ਪੱਥਰੀ ਵਾਲੀ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਉਸ ਤੋਂ ਪਹਿਲਾਂ ਅਸੀਂ ਦਿਖਾਈ ਸੀ, ਲੋਕਾਂ ਨੇ ਕਾਫੀ ਮਕਬੂਲ ਕੀਤੀ ਔਰ ਲੋਕਾਂ ਦੇ ਬਹੁਤ ਸਾਰੇ ਸਵਾਲ ਸੀ ਜਿਹੜੇ ਸਾਨੂੰ ਮਿਲੇ ਨੇ ਕਮੈਂਟਾਂ ਦੇ ਜ਼ਰੀਏ ਵੀ ਔਰ ਮੋਬਾਈਲਾਂ ਦੇ ਉੱਤੇ ਵੀ। ਸੋ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਬਿਮਾਰੀਆਂ ਹੁੰਦੀਆਂ ਕੀ ਨੇ? ਫਾਰੂਕੀ ਜੀ, ਬੇਸਿਕਲੀ ਕੋਈ ਬਿਮਾਰੀ ਜਿਵੇਂ ਆਪਾਂ ਕਹਦੇ ਕਿ ਸਮੱਸਿਆ ਨਹੀਂ ਹੈ। ਬੇਸਿਕਲੀ ਇਹ ਕੁਦਰਤ ਦਾ ਇੱਕ ਸੁਨੇਹਾ ਵਾ ਕਿ ਸਾਡੇ ਸਰੀਰ ਦੇ ਵਿੱਚ ਕੁਝ ਨਾ ਕੁਝ ਗੜਬੜ ਹੋ ਰਹੀ ਆ, ਸਾਡੇ ਸਰੀਰ ਦੇ ਅੰਦਰ ਕੋਈ ਗਲਤ ਚੀਜ਼ ਐਂਟਰ ਕਰ ਗਈ, ਸਾਡਾ ਸਰੀਰ ਸਾਨੂੰ ਮੈਸੇਜ ਦਿੰਦਾ। ਮੈਂ ਤੁਹਾਨੂੰ ਉਦਾਹਰਨ ਵਜੋਂ ਸਮਝਾਉਣਾ ਚਾਹੁੰਦਾ ਕਿ ਮੰਨ ਕੇ ਚੱਲੋ ਆਪਾਂ ਨੂੰ ਲੂਜ਼ ਮੋਸ਼ਨ ਹੋ ਜਾਂਦੇ ਆ,
ਲੂਜ਼ ਮੋਸ਼ਨ ਹੋਣਾ ਬੇਸਿਕਲੀ ਕੋਈ ਬਿਮਾਰੀ ਨਹੀਂ ਹੈ। ਲੂਜ਼ ਮੋਸ਼ਨ ਤਾਂ ਹੁੰਦੇ ਆ ਜਦੋਂ ਸਾਡੇ ਸਰੀਰ ਦੇ ਵਿੱਚ ਕੋਈ ਗਲਤ ਚੀਜ਼ ਅਸੀਂ ਖਾ ਲਈ, ਕੋਈ ਸਾਡੇ ਸਰੀਰ ਦੇ ਅੰਦਰ ਗਲਤ ਰਿਐਕਸ਼ਨ ਹੋ ਗਿਆ ਤੇ ਸਾਡੀ ਬਾਡੀ ਉਸ ਚੀਜ਼ ਨੂੰ ਨਹੀਂ ਸਮਝ ਪਾ ਰਹੀ, ਤਾਂ ਉਹ ਸਾਡੀ ਬਾਡੀ ਨੂੰ ਡੀਟੌਕਸੀਫਾਈ ਕਰਨ ਦਾ ਇੱਕ ਪ੍ਰੋਸੈਸ ਆ ਲੂਜ਼ ਮੋਸ਼ਨ। ਬਟ ਅਸੀਂ ਉੱਥੇ ਥੋੜ੍ਹੀ ਜਿਹੀ ਗਲਤੀ ਕਰਦੇ ਹਾਂ ਕਿ ਲੂਜ਼ ਮੋਸ਼ਨ ਨੂੰ ਆਪਣਾ ਕੰਮ, ਜੋ ਸਾਡਾ ਨੈਚੁਰਲ ਪ੍ਰੋਸੈਸ ਆ, ਉਹਨੂੰ ਆਪਣਾ ਕੰਮ ਪੂਰਾ ਕਰਨ ਨਹੀਂ ਦਿੰਦੇ। ਉਸ ਤੋਂ ਪਹਿਲਾਂ ਹੀ ਜਾ ਕੇ ਦਵਾਈਆਂ ਲੂਜ਼ ਮੋਸ਼ਨ ਰੋਕਣ ਦੀਆਂ ਅਸੀਂ ਲੈ ਲੈਂਦੇ ਹਾਂ। ਨੋ ਡਾਊਟਫੁਲੀ ਕਿ ਲੂਜ਼ ਮੋਸ਼ਨ ਰੁਕ ਵੀ ਜਾਂਦੇ ਆ, ਸਿਰਫ 1 ਰੁਪਏ ਦੀ ਗੋਲੀ ਜਾਂ 2 ਰੁਪਏ ਦੀ ਗੋਲੀ ਨਾਲ ਲੂਜ਼ ਮੋਸ਼ਨ ਰੁਕ ਸਕਦੇ ਆ। ਬਟ ਪ੍ਰੋਬਲਮ ਉੱਥੇ ਇਹ ਆਉਂਦੀ ਹੈ ਕਿ ਜੋ ਸਾਡੇ ਸਰੀਰ ਦੀ ਜ਼ਰੂਰਤ ਸੀ ਸਫਾਈ ਦੀ, ਉਹ ਨਹੀਂ ਹੋਈ। ਜੋ ਕੈਮੀਕਲ ਸਾਡੇ ਸਰੀਰ ਨੂੰ ਡੀਟੌਕਸੀਫਾਈ ਕਰਨ ਦੀ ਜ਼ਰੂਰਤ ਸੀ, ਉਹ ਕਰਨਾ ਚਾਹੁੰਦਾ ਸੀ, ਉਹ ਨਹੀਂ ਹੋਇਆ, ਤਾਂ ਅੱਗੇ ਚੱਲ ਕੇ ਨੋ ਡਾਊਟਫੁਲੀ ਕਿ ਉਹ ਕਿਸੇ ਨਾ ਕਿਸੇ ਵੱਡੀ ਬਿਮਾਰੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਊਗਾ ਅਤੇ ਅਸੀਂ ਲੰਬੀਆਂ ਬਿਮਾਰੀਆਂ ਵੱਲ ਵਧਾਂਗੇ। ਬੇਸਿਕਲੀ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਬਿਮਾਰੀ ਜਸਟ ਕੋਈ ਬਿਮਾਰੀ ਨਹੀਂ ਹੁੰਦੀ, ਇੱਕ ਕੁਦਰਤ ਦਾ ਸੁਨੇਹਾ ਹੁੰਦਾ ਜਾਂ ਕਿ ਸਿਸਟਮ ਹੁੰਦਾ ਸਾਡੇ ਸਰੀਰ ਨੂੰ ਡੀਟੌਕਸੀਫਾਈ ਕਰਨ ਦਾ। ਜੀ ਜੀ। ਤੇ ਫਿਰ ਜੀ ਅਗਲਾ ਸਵਾਲ ਇੱਥੇ ਹੀ ਪੈਦਾ ਹੁੰਦਾ ਹੈ ਕਿ ਲੋਕਾਂ ਨੂੰ ਦਵਾਈਆਂ ਖਾਂਦਿਆਂ ਬੜਾ ਟਾਈਮ ਹੋ ਗਿਆ, ਇਲਾਜ ਵੀ ਕਰਾ ਰਹੇ ਨੇ ਔਰ ਘਰ ਦੇ ਵਿੱਚੋਂ ਬਿਮਾਰੀ ਜਾ ਵੀ ਨਹੀਂ ਰਹੀ, ਫਿਰ ਇਹਦਾ ਕੀ ਕਾਰਨ ਹੈ ਜੀ? ਫਾਰੂਕੀ ਜੀ, ਇਹ ਉਹੀ ਗੱਲ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਕਿ ਸਾਡੇ ਸਰੀਰ ਨੂੰ ਅੰਦਰੋਂ ਸਫਾਈ ਦੀ ਜ਼ਰੂਰਤ ਸੀ। ਸਫਾਈ ਲੂਜ਼ ਮੋਸ਼ਨ ਰਾਹੀਂ ਹੋਣੀ ਸਟਾਰਟ ਹੋਈ, ਪਰ ਅਸੀਂ ਤੁਰੰਤ ਜਾ ਕੇ ਕੋਈ ਨਾ ਕੋਈ ਦਵਾਈ ਲੈ ਕੇ ਲੂਜ਼ ਮੋਸ਼ਨ ਨੂੰ, ਜਾਣੀ ਕਿ ਸਾਡੇ ਸਰੀਰ ਦੀ ਪ੍ਰਕਿਰਿਆ ਨੂੰ ਰੋਕਤਾ। ਅੱਗਿਓਂ ਜੋ ਗੰਦਗੀ ਸਾਡੇ ਸਰੀਰ ਦੇ ਵਿੱਚ ਰੁਕ ਗਈ, ਕੁਝ ਸਮੇਂ ਬਾਅਦ ਬਾਡੀ ਨੇ ਤਾਂ ਫਿਰ ਆਪਣਾ ਫੰਕਸ਼ਨ ਦੁਹਰਾਉਣਾ, ਕਿਸੇ ਹੋਰ ਢੰਗ ਨਾਲ ਉਲਟੀਆਂ ਲੱਗਣਗੀਆਂ, ਹੋ ਸਕਦਾ ਬੁਖਾਰ ਹੋਵੇ, ਕੁਝ ਵੀ ਹੋਵੇ। ਸਾਡੇ ਸਰੀਰ ਦੇ ਅੰਦਰ ਵਾਇਰਸ ਪੈਦਾ ਹੁੰਦੇ ਆ ਤਾਂ ਬੁਖਾਰ ਹੁੰਦਾ, ਜੇ ਕੈਮੀਕਲ ਅੰਦਰ ਜਾਂਦਾ ਤਾਂ ਲੂਜ਼ ਮੋਸ਼ਨ ਜਾਂ ਵੋਮਟਿੰਗ ਹੁੰਦੀ ਆ। ਬਾਡੀ ਆਪਣਾ ਕੰਮ ਕਰਦੀ ਆ, ਕੁਦਰਤ ਦਾ ਨਿਯਮ ਆ, ਇਮਿਊਨ ਸਿਸਟਮ ਸਾਡੇ ਅੰਦਰ ਦਿੱਤਾ ਗਿਆ, ਸਾਰੇ ਡਾਕਟਰ ਮੰਨਦੇ ਆ, ਅਤੇ ਉਹ ਆਪਣਾ ਕੰਮ ਕਰਨਾ ਜਦੋਂ ਸ਼ੁਰੂ ਕਰਦਾ ਤਾਂ ਅਸੀਂ ਕਰ ਨਹੀਂ ਦਿੰਦੇ। ਈਵਨ ਸਾਨੂੰ ਡਾਕਟਰ ਵੀ ਸੁਜੈਸਟ ਨਹੀਂ ਕਰ ਸਕਦਾ, ਕਿਉਂਕਿ ਅਸੀਂ ਜਦੋਂ ਚਲੇ ਹੀ ਗਏ, ਡਾਕਟਰ ਦੇ ਕੋਲੇ ਪਹੁੰਚ ਹੀ ਗਏ, ਤਾਂ ਉਹ ਨੋ ਡਾਊਟਫੁਲੀ ਕਿ ਕੋਈ ਨਾ ਕੋਈ ਤਾਂ ਮੈਡੀਸਨ ਦਊਗਾ ਹੀ। ਅਸੀਂ ਬਿਮਾਰੀ ਨੂੰ ਅੰਦਰ ਹੀ ਦੱਬਤਾ, ਬਾਰ-ਬਾਰ ਦਵਾਈ ਲੈਂਦੇ ਆ, ਉਹ ਕਿਸੇ ਹੋਰ ਸਿਸਟਮ ਨਾਲ ਫਿਰ ਸਾਡੇ ਸਰੀਰ ਦੀ ਅਗਲੀ ਬਿਮਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ। ਇਹੀ ਪ੍ਰੋਸੈਸ ਲਗਾਤਾਰ ਜਾਰੀ ਰਹਿੰਦਾ। ਜੋ ਸਾਡੀਆਂ ਬਿਮਾਰੀਆਂ ਨੇ, ਪਹਿਲੀ ਗੱਲ ਤਾਂ ਸਰੀਰ ਹੀ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਸਾਨੂੰ ਕੰਮ ਕਰ ਲੈਣ ਦੇਣਾ ਚਾਹੀਦਾ ਸਰੀਰ ਨੂੰ। ਇਹੀ ਗਲਤੀ ਜਦੋਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ, ਦਵਾਈਆਂ ਨਾਲ ਬਿਮਾਰੀ ਨੂੰ ਦੱਬਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਤਾਂ ਉਹ ਠੀਕ ਤਾਂ ਕਿੱਥੋਂ ਹੋਣਾ ਸੀਗਾ। ਸਰੀਰ ਆਪਦਾ ਕੰਮ ਕਰੀ ਜਾਂਦਾ, ਦਵਾਈਆਂ ਆਪਦਾ ਕੰਮ ਕਰੀ ਜਾਂਦੇ ਨੇ, ਅੱਗੇ ਅੱਗੇ ਪ੍ਰੋਬਲਮ ਵਧੀ ਹੀ ਤੁਰੀ ਜਾਂਦੀ ਹੈ। ਅਤੇ ਫਿਰ ਜਿਹੜਾ ਸਾਡਾ ਸਰੀਰ ਬੰਨਿਆ ਜਾਂਦਾ ਜੀ ਕਿ ਵੈਸਾ ਕਿ ਇਹ ਕੁਦਰਤ ਨੇ ਬਣਾਇਆ ਹੋਇਆ ਸਰੀਰ ਹੈ, ਅਤੇ ਪਰ ਕੀ ਇਹਨਾਂ ਦਾ ਹੱਲ, ਅਗਰ ਕੋਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ, ਸਰੀਰਕ ਸਮੱਸਿਆ ਕੋਈ ਆਉਂਦੀ ਹੈ, ਕੀ ਇਹਨਾਂ ਦਾ ਹੱਲ ਕੈਮੀਕਲ ਵਾਲੀਆਂ ਦਵਾਈਆਂ ਦੇ ਵਿੱਚ ਹੈ? ਦੇਖੋ, ਇਨਸਾਨ ਸਾਰੇ ਦਾ ਸਾਰਾ ਕੁਦਰਤ ਦੀ ਦੇਣ ਆ, ਕੁਦਰਤ ਨੇ ਸਾਜਿਆ ਹੋਇਆ, ਔਰ ਜੋ ਕੋਈ ਸਮੱਸਿਆ ਆਉਂਦੀ ਆ ਕੁਦਰਤ ਦੇ ਵਿੱਚ ਹੀ ਉਹਦਾ ਹੱਲ ਵੀ ਹੈ। ਪਰ ਅਸੀਂ ਮਾਡਰਨਾਈਜੇਸ਼ਨ ਨੂੰ ਜ਼ਿਆਦਾ ਅਪਣਾ ਲਿਆ। ਕੋਈ ਵੀ ਬਿਮਾਰੀ ਆਉਂਦੀ ਆ ਅਸੀਂ ਤੁਰੰਤ ਉਦੋਂ ਰਾਹਤ ਭਾਲਦੇ ਹਾਂ, ਜਦੋਂ ਕਿ ਉਹ ਰਾਹਤ ਨਹੀਂ ਹੁੰਦਾ, ਅਸਲ ਵਿੱਚ ਸਾਡੇ ਅੰਦਰ ਹੀ ਬੰਬ ਫਿੱਟ ਕਰੀ ਜਾਂਦੇ ਆ ਅਤੇ ਉਹ ਕਿਤੇ ਨਾ ਕਿਤੇ ਜਾ ਕੇ ਫਟਣੇ ਆ। ਕੈਮੀਕਲ ਸਾਡੇ ਸਰੀਰ ਦੀ ਕਿਸੇ ਵੀ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ। ਉਹ ਠੀਕ ਹੈ ਕਿ ਬਿਮਾਰੀ ਆ, ਸਾਡੇ ਅੰਦਰ ਗੰਦਗੀ ਗਈ, ਉਹਨੂੰ ਪੈਕ ਕਰਕੇ ਇੱਕ ਸਾਈਡ 'ਤੇ ਰੱਖਤਾ, ਹੋਰ ਕੋਈ ਕੈਮੀਕਲ ਗਿਆ, ਉਹਨੂੰ ਪੈਕ ਕਰਕੇ ਇੱਕ ਸਾਈਡ 'ਤੇ ਰੱਖਤਾ। ਕਿਸੇ ਨਾ ਕਿਸੇ ਸਮੇਂ ਤਾਂ ਇਹ ਢੇਰ ਭਰੂਗਾ ਹੀ, ਸਮੱਸਿਆ ਵੱਡੀ ਹੋ ਕੇ ਸਾਹਮਣੇ ਆਊਗੀ। ਬਸ ਉਹ ਵੱਡੀ ਹੋਣ ਦੇ ਵਿੱਚ ਜਿਹੜਾ 5, 7, 10 ਸਾਲ ਦਾ ਸਮਾਂ ਲੱਗਦਾ ਬਿਮਾਰੀ ਦਾ, ਅਸੀਂ ਉਸ ਸਮੇਂ ਨੂੰ ਵੇਟ ਕਰ ਰਹੇ ਹੁੰਦੇ ਹਾਂ। ਕੈਮੀਕਲ ਮੇਰੀ ਸਮਝ ਦੇ ਮੁਤਾਬਕ ਤਾਂ ਨਹੀਂ। ਹਾਂ, ਠੀਕ ਹੈ ਕਿ ਸਾਨੂੰ ਐਮਰਜੈਂਸੀ ਕੇਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਸੀਰੀਅਸ ਕੇਸ ਹੋ ਗਿਆ, ਸਾਨੂੰ ਉੱਥੇ ਆਪਣੀ ਸਮੱਸਿਆ ਨੂੰ ਦੱਬਣਾ ਹੀ ਪੈਣਾ। ਕੋਈ ਐਕਿਊਟ ਪੇਨ ਆ, ਕੋਈ ਤੁਰੰਤ ਸਾਨੂੰ ਟਰੀਟਮੈਂਟ ਦੀ ਜ਼ਰੂਰਤ ਆ, ਉੱਥੇ ਨੋ ਡਾਊਟਫੁਲੀ ਕਿ ਸਾਨੂੰ ਐਲੋਪੈਥੀ ਦੀ ਜਾਂ ਅੰਗਰੇਜ਼ੀ ਦਵਾਈਆਂ ਦੀ ਜਾਂ ਮਾਡਰਨ ਮੈਡੀਸਨ ਦੀ ਕਹਿ ਲਓ ਸਹਾਇਤਾ ਲੈਣੀ ਹੀ ਪੈਣੀ ਹੈ। ਜਿੱਥੇ ਜ਼ਰੂਰੀ ਹੈ ਸਾਨੂੰ ਉੱਥੇ ਲੈਣੀ ਚਾਹੀਦੀ ਹੈ। ਇੱਕ ਗੱਲ ਕਹਿਣਾ ਚਾਹੁੰਦਾ ਕਿ ਮਾਡਰਨ ਮੈਡੀਸਨ, ਐਲੋਪੈਥੀ ਕੋਈ ਬੁਰੀ ਚੀਜ਼ ਨਹੀਂ, ਪਰ ਉਸ ਚੀਜ਼ ਨੂੰ ਵਰਤਣ ਦੇ ਉੱਤੇ ਦਿੱਕਤ ਆ। ਸਾਨੂੰ ਕਦੋਂ ਵਰਤਣੀ ਚਾਹੀਦੀ ਹੈ, ਕਦੋਂ ਨਹੀਂ, ਇਹ ਮਿਸਮੈਚ ਹਮੇਸ਼ਾ ਤੋਂ ਹੀ ਆ। ਅਦਰਵਾਈਜ਼ ਇਨਸਾਨ ਦੀ ਜਿੰਨੀਆਂ ਵੀ ਬਿਮਾਰੀਆਂ ਨੇ, ਉਹਨਾਂ ਨੂੰ ਜੇ ਸਹੀ ਢੰਗ ਨਾਲ ਟਰੀਟਮੈਂਟ ਕਰਨਾ ਤਾਂ ਉਹ ਸਾਡਾ ਭੋਜਨ, ਸਾਡੀ ਖਾਣ ਵਾਲੀਆਂ ਚੀਜ਼ਾਂ ਜੋ ਕੁਦਰਤ ਨੇ ਸਾਨੂੰ ਦਿੱਤੀਆਂ ਨੇ, ਮੇਰੇ ਕਹਿਣ ਦਾ ਮਤਲਬ ਫੂਡ ਐਜ਼ ਮੈਡੀਸਨ ਅਸੀਂ ਇਸਤੇਮਾਲ ਕਰ ਸਕਦੇ ਹਾਂ। ਆਪਣੇ ਖਾਣੇ ਨੂੰ ਦਵਾਈਆਂ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ। ਅਸੀਂ ਬਿਲਕੁਲ ਠੀਕ ਰਹਿ ਸਕਦੇ ਹਾਂ। ਜੇ ਆਪਾਂ ਪੈਟਰੋਲ ਵਾਲੀ ਕਾਰ ਨੂੰ ਡੀਜ਼ਲ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਮੇਰੇ ਹਿਸਾਬ ਨਾਲ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਉਹ ਕਾਰ ਸਕਸੈਸਫੁਲੀ ਰਨ ਨਹੀਂ ਕਰੇਗੀ। ਇਸੇ ਤਰ੍ਹਾਂ ਜੋ ਸਾਨੂੰ ਕੁਦਰਤ ਨੇ ਖਾਣ ਲਈ ਦਿੱਤਾ ਵਾ, ਜੇ ਅਸੀਂ ਉਹੀ ਖਾਵਾਂਗੇ ਤਾਂ ਮੱਚ ਬੈਟਰ ਹੈ। ਜੇ ਅਸੀਂ ਕੈਮੀਕਲ 'ਤੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਦਾਂ ਹੀ ਚੱਲੂਗੀ ਗੱਡੀ। ਤਾਂ ਫਿਰ ਜਿਵੇਂ ਹੁਣ ਚੱਲ ਰਹੀ ਹੈ, ਤੁਹਾਨੂੰ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਾਲਾਂ ਬੱਧੀ ਲੋਕ ਗੋਲੀਆਂ ਖਾਈ ਜਾ ਰਹੇ ਅਤੇ ਦਿੱਕਤਾਂ ਤਾਂ ਫਿਰ ਇੱਦਾਂ ਹੀ ਰਹਿਣਗੀਆਂ। ਸਾਨੂੰ ਅਸਲ ਚੀਜ਼ ਕੁਦਰਤ, ਉਹਦੇ ਵੱਲ ਆਉਣਾ ਹੀ ਪਊਗਾ। ਦੇਸੀ ਇਲਾਜ ਹੀ ਸਭ ਤੋਂ ਉੱਤਮ ਇਲਾਜ। ਜੀ। ਅਤੇ ਫਿਰ ਸਾਡੇ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ
ਔਰਤਾਂ ਜਾਂ ਮਰਦਾਂ ਦੇ ਵਿੱਚ ਜਿਹੜੀਆਂ ਮਰਦਾਂ ਦੇ ਮੁਕਾਬਲੇ ਔਰਤ ਨੂੰ ਅਗਰ ਕੋਈ ਪਰੇਸ਼ਾਨੀ ਹੋ ਜਾਂਦੀ ਹੈ ਤਾਂ ਬਹੁਤ ਵੱਡੀ ਬਣ ਜਾਂਦੀ ਹੈ। ਮਤਲਬ ਬੁਖਾਰ ਚੜ੍ਹਿਆ, ਜਿਵੇਂ ਕਹਿ ਦਿੰਦੇ ਨੇ ਕਿ ਇੱਕ ਔਰਤ ਅਗਰ ਪੜ ਜਾਵੇ ਤਾਂ ਸਾਰਾ ਖਾਨਦਾਨ ਪੜ ਜਾਂਦਾ। ਇਸੇ ਤਰੀਕੇ ਨਾਲ ਅਗਰ ਔਰਤ ਜਿਹੜੀ ਘਰ ਦਾ ਧੁਰਾ ਹੁੰਦੀ ਹੈ, ਅਗਰ ਉਹ ਬਿਮਾਰ ਹੋ ਜਾਏ ਤਾਂ ਸਾਰੇ ਘਰ ਦਾ ਸਿਸਟਮ ਅਸਤ ਵਿਅਸਤ ਹੋ ਜਾਂਦਾ ਹੈ। ਅਤੇ ਫਿਰ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਬਿਮਾਰੀਆਂ ਜ਼ਿਆਦਾ ਕਿਉਂ ਲੱਗਦੀਆਂ ਨੇ? ਇਹ ਕੀ ਕਾਰਨ ਮੰਨਦੇ ਹੋ ਤੁਸੀਂ ਕੰਪੈਰੇਟਿਵਲੀ? ਹਾਂਜੀ ਫਾਰੂਕੀ ਜੀ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਔਰਤਾਂ ਬੇਸਿਕਲੀ ਘਰ ਦਾ ਸ਼ਿੰਗਾਰ ਹੁੰਦੀਆਂ ਨੇ। ਔਰਤਾਂ ਦੀਆਂ ਜ਼ਿੰਮੇਵਾਰੀਆਂ ਵੀ ਮਰਦਾਂ ਦੇ ਮੁਕਾਬਲੇ ਘਰ ਨਾਲ ਜ਼ਿਆਦਾ ਜੁੜੀਆਂ ਹੁੰਦੀਆਂ ਨੇ। ਮਰਦ ਦਾ ਕੰਮ ਤਾਂ ਹੁੰਦਾ ਕਿ ਆਪਣਾ ਘਰ ਤੋਂ ਬਾਹਰ ਜਾ ਕੇ ਰੋਜ਼ਮर्रा ਦੇ ਜੋ ਕੰਮ ਆ ਉਹ ਕਰਦਾ। ਜੇ ਬਿਮਾਰ ਵੀ ਹੋ ਗਿਆ ਤਾਂ ਉਹਨੇ ਜਾ ਕੇ ਆਪਣੇ ਫਰੈਂਡ ਸਰਕਲ ਦੇ ਵਿੱਚ ਜਾ ਕੇ ਐਟਮੋਸਫੀਅਰ ਚੇਂਜ ਕਰਨਾ, ਆਪਣੇ ਬਿਜ਼ਨਸ ਦੇ ਵਿੱਚ ਬਿਜ਼ੀ ਹੋ ਜਾਣਾ। ਪਰ ਜੇ ਔਰਤ ਬਿਮਾਰ ਹੋ ਜਾਂਦੀ ਆ, ਉਹਦਾ ਤਾਂ ਫਿਰ ਘਰ ਦੇ ਵਿੱਚ ਸਾਰਿਆਂ ਨੇ ਹਾਲ ਚਾਲ ਪੁੱਛਣਾ ਜਾਂ ਆਸ ਪੜੋਸ ਦੇ ਵਿੱਚ ਵੀ ਪੁੱਛਣਾ। ਇਸ ਕਰਕੇ ਸਾਰਾ ਸਿਸਟਮ ਇੱਕ ਵਾਰੀ ਡਗਮਗਾ ਜਾਂਦਾ। ਜਿਹੜਾ ਤੁਹਾਡਾ ਦੂਸਰਾ ਸਵਾਲ ਆ ਕਿ ਔਰਤ ਨੂੰ ਬਿਮਾਰੀਆਂ ਮਰਦ ਦੇ ਮੁਕਾਬਲੇ ਜ਼ਿਆਦਾ ਕਿਉਂ ਲੱਗਦੀਆਂ ਨੇ, ਤਾਂ ਮੈਂ ਤੁਹਾਨੂੰ ਉਹਦਾ ਇੱਕ ਪੂਰਾ ਲੌਜੀਕਲ ਜਵਾਬ ਦੇਣਾ ਚਾਹੁੰਦਾ ਕਿ ਤੁਸੀਂ ਸੋਚ ਕੇ ਦੇਖੋ ਕਿ ਮਰਦ ਅਤੇ ਔਰਤ ਦੋਹਾਂ ਦੇ ਵਿੱਚ ਫ਼ਰਕ ਕੀ ਆ। ਸਾਰੇ ਅੰਗ ਨੇ ਔਰਤ ਕੋਲੇ ਵੀ ਜੋ ਮਰਦ ਕੋਲੇ ਨੇ। ਦਿਲ ਹੈ, ਦਿਮਾਗ ਹੈ, ਫੇਫੜੇ ਆ, ਲੀਵਰ ਆ, ਕਿਡਨੀ ਆ, ਸਾਰੇ ਬਰਾਬਰ ਪੈਰਲਰ ਅੰਗ ਨੇ। ਪਰ ਇੱਕ ਅੰਗ ਉਹਦੇ ਕੋਲੇ ਫਾਲਤੂ ਆ, ਉਹ ਬੱਚੇਦਾਨੀ। ਤਾਂ ਇੱਥੇ ਆਪਾਂ ਨੂੰ ਸਮਝਣਾ ਪਊਗਾ ਕਿ ਜੋ ਅਸੀਂ ਖਾਂਦੇ ਆ ਉਹਦੀ ਜੋ ਨਿਊਟ੍ਰੀਸ਼ਨ ਆ, ਮਿਨਰਲਸ, ਵਿਟਾਮਿਨਸ, ਪ੍ਰੋਟੀਨਸ, ਫੈਟਸ ਸਾਡੇ ਸਾਰੇ ਸਰੀਰ ਦੇ ਅੰਦਰ ਅੰਗਾਂ ਨੂੰ ਵੰਡੇ ਜਾਂਦੇ ਆ, ਤਾਂ ਹੀ ਇਹ ਸਾਰੇ ਅੰਗ ਆਪਣੇ ਵਰਕ ਕਰਦੇ ਆ। ਸੇਮ ਵੇ ਔਰਤ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਮੁਕਾਬਲੇ ਜ਼ਿਆਦਾ ਨਿਊਟ੍ਰੀਸ਼ਨ ਦੀ ਜ਼ਰੂਰਤ ਆ। ਮਤਲਬ ਜੇ ਮੇਰੇ ਅੰਦਰ 10 ਅੰਗ ਕੰਮ ਕਰ ਰਹੇ ਆ ਤਾਂ ਮੇਰੀ ਵਾਈਫ ਦੇ ਅੰਦਰ 11 ਅੰਗ ਕੰਮ ਕਰ ਰਹੇ ਆ, ਤਾਂ ਮੇਰੀ ਵਾਈਫ ਨੂੰ ਜ਼ਿਆਦਾ ਖਾਣਾ ਖਾਣ ਦੀ ਜ਼ਰੂਰਤ ਆ, ਬਲਕਿ ਜ਼ਿਆਦਾ ਪੌਸ਼ਟਿਕ ਖਾਣਾ ਖਾਣ ਦੀ ਜ਼ਰੂਰਤ। ਪਰ ਹੋ ਤਾਂ ਉਲਟਾ ਰਿਹਾ। ਹਾਂਜੀ, ਇਹੀ ਸਮੱਸਿਆ ਵਾ ਜਿਹਦੇ ਕਰਕੇ ਔਰਤਾਂ ਨੂੰ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਨੇ। ਜਿਹੜੀ ਮਰਜ਼ੀ ਬਿਮਾਰੀ ਦੀ ਗੱਲ ਕਰ ਲਓ। ਅਗਰ ਆਪਾਂ ਸ਼ੂਗਰ ਦਾ ਰਿਕਾਰਡ ਕੱਢੀਏ, 500 ਔਰਤਾਂ ਦੇ 500 ਮਰਦਾਂ ਦਾ ਇੱਕ ਰਿਕਾਰਡ ਕੱਢੀਏ, ਤਾਂ ਔਰਤਾਂ ਨੂੰ ਜ਼ਿਆਦਾ ਬਿਮਾਰੀ ਪਾਈ ਜਾਊਗੀ। ਅਗਰ ਆਪਾਂ ਸਰੀਰ ਦੇ ਵਿੱਚ ਦਰਦਾਂ ਦੀ ਗੱਲ ਕਰੀਏ, ਢੂਈ 'ਚ ਦਰਦ, ਲੱਤਾਂ 'ਚ ਦਰਦ ਵਗੈਰਾ ਦੀ, ਤਾਂ ਔਰਤਾਂ ਦੇ ਵਿੱਚ ਇਹ ਜ਼ਿਆਦਾ ਪਾਇਆ ਜਾਊਗਾ। ਪਿੱਤੇ ਦੇ ਵਿੱਚ ਪੱਥਰੀ ਦਾ ਵੀ ਪਿੱਛੇ ਜੇ ਸਰਵੇ ਹੋਇਆ ਸੀ, ਉਹਦੇ ਵਿੱਚ ਕਲੀਅਰ ਆਇਆ ਸੀ ਕਿ ਔਰਤਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਹੋ ਰਹੀ ਆ। ਈਵਨ ਕਿ ਫੈਟੀ ਲੀਵਰ ਵੀ ਔਰਤਾਂ ਨੂੰ ਜ਼ਿਆਦਾ ਹੋ ਰਿਹਾ, ਜਦੋਂ ਕਿ ਇਹ ਮੰਨਿਆ ਜਾਂਦਾ ਸੀ ਕਿ ਮਰਦ ਸ਼ਰਾਬ ਪੀਂਦੇ ਆ ਤਾਂ ਇਹ ਸਮੱਸਿਆ ਮਰਦਾਂ ਦੀ ਹੈ। ਸ਼ਰਾਬ ਦੀ ਵਜ੍ਹਾ ਨਾਲ ਲੀਵਰ ਫੈਟੀ ਹੁੰਦਾ। ਇਹ ਫੈਟੀ ਲੀਵਰ ਦੀ ਸਮੱਸਿਆ ਵੀ ਔਰਤਾਂ ਦੇ ਵਿੱਚ ਜ਼ਿਆਦਾ ਪਾਈ ਗਈ ਆ। ਔਰਤਾਂ ਦੇ ਵਿੱਚ ਸਿਰਫ ਇਹੀ ਕਾਰਨ ਹੈ ਕਿ 11 ਅੰਗ ਨੇ। ਮੇਰੇ ਕਹਿਣ ਦਾ ਮਤਲਬ ਇੱਕ ਅੰਗ ਜ਼ਿਆਦਾ ਵਾ ਅਤੇ ਨਿਊਟ੍ਰੀਸ਼ਨ ਦੀ ਜ਼ਿਆਦਾ ਜ਼ਰੂਰਤ ਆ। ਔਰਤਾਂ ਨੂੰ ਜ਼ਿਆਦਾ ਖਾਣਾ ਚਾਹੀਦਾ, ਪਰ ਹੋ ਉਲਟ ਰਿਹਾ। ਔਰਤਾਂ ਮਰਦ ਦੇ ਮੁਕਾਬਲੇ ਘੱਟ ਖਾਣਾ ਖਾਂਦੀਆਂ ਨੇ। ਸੈਕਿੰਡਲੀ, ਜ਼ੁਬਾਨ ਦੀ ਬਿਮਾਰੀ ਆ। ਜ਼ੁਬਾਨ ਲੇਡੀਜ਼ ਦੀ ਜ਼ਿਆਦਾ ਚਟੋਰੀ ਆ ਅਤੇ ਅਸੀਂ ਆਮ ਹੀ ਦੇਖਦੇ ਹਾਂ, ਕਿਤੇ ਬਰਗਰ ਵਾਲੀ ਸਟਾਲ, ਕਿਤੇ ਪੀਜ਼ਾ, ਕਿਤੇ ਗੋਲ ਗੱਪੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਆ। ਮੇਰੇ ਕਹਿਣ ਦਾ ਮਤਲਬ ਕਿ ਪੌਸ਼ਟਿਕ ਭੋਜਨ ਨਹੀਂ ਖਾਧਾ ਜਾ ਰਿਹਾ। ਦੋ ਸਮੱਸਿਆਵਾਂ ਹੋ ਗਈਆਂ, ਇੱਕ ਤਾਂ ਖਾਣਾ ਘੱਟ ਖਾਣਾ, ਦੂਸਰਾ ਜਿਹਦੀ ਨਿਊਟ੍ਰੀਸ਼ਨ ਵੈਲਿਊ ਘੱਟ ਹੋਊਗੀ ਉਹ ਖਾਣਾ ਖਾਣਾ। ਇਹਦੀ ਵਜ੍ਹਾ ਨਾਲ ਬਿਮਾਰੀਆਂ ਵੱਧ ਰਹੀਆਂ ਨੇ। ਔਰਤਾਂ ਦੀਆਂ ਬਿਮਾਰੀਆਂ ਇੰਨੀਆਂ ਕਾਮਨ ਹੋ ਚੁੱਕੀਆਂ ਨੇ। ਲੇਡੀਜ਼ ਨੂੰ ਪੀਰੀਅਡਸ ਦੀ ਪ੍ਰੋਬਲਮ ਆ ਰਹੀ ਆ, ਹਾਰਮੋਨ ਇੰਬੈਲੈਂਸ, ਲਕੋਰੀਆ, ਬੱਚੇਦਾਨੀ ਦੇ ਵਿੱਚ ਰਸੌਲੀਆਂ ਪਾਣੀ ਵਾਲੀਆਂ ਜਾਂ ਦੂਸਰੀਆਂ ਫਾਈਬਰਾਈਡਸ, ਇਨਫਰਟੀਲਿਟੀ, ਫੀਮੇਲ ਇਨਫਰਟੀਲਿਟੀ, ਮਿਸਕੈਰੇਜ ਦੀ ਪ੍ਰੋਬਲਮ। ਜਿੰਨੀਆਂ ਵੀ ਬਿਮਾਰੀਆਂ ਦੀ ਗੱਲ ਕਰੋ, ਇਹ ਅੱਗੇ ਦੇ ਅੱਗੇ ਵੱਧਦੀਆਂ ਜਾ ਰਹੀਆਂ ਨੇ। ਕਾਰਨ ਸਿਰਫ ਇੱਕੋ ਹੀ ਆ, ਲੈਕ ਆਫ ਨਿਊਟ੍ਰੀਸ਼ਨਸ। ਬਾਡੀ ਨੂੰ ਜ਼ਰੂਰਤ ਦਾ ਪੂਰਾ ਮਟੀਰੀਅਲ ਨਹੀਂ ਮਿਲ ਰਿਹਾ। ਅਤੇ ਉਹ ਕਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀ ਕਿ ਕਿਵੇਂ ਡਿਵਾਈਡ ਕਰਦਾ ਹੈ, ਔਰ ਕਿਸ ਤਰੀਕੇ ਨਾਲ ਫਿਰ ਅੱਜ ਕੱਲ੍ਹ ਇਹ ਵੀ ਇੱਕ ਰਿਵਾਜ਼ ਹੀ ਅਸੀਂ ਕਹਾਂਗੇ ਹਸਪਤਾਲਾਂ ਦੇ ਵਿੱਚ ਪੀਰੀਅਡਸ ਨੂੰ ਲੈ ਕੇ ਜਾਂ ਕੋਈ ਹੋਰ ਔਰਤਾਂ ਦੇ ਰੋਗਾਂ ਨਾਲ ਸੰਬੰਧਿਤ ਕੋਈ ਬਿਮਾਰੀ ਆਉਂਦੀ ਹੈ, ਅਤੇ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਹਾਲਾਤਾਂ ਨੂੰ ਦੇਖਦੇ ਹੋਏ ਜਾਨ ਬਚਾਉਣ ਦੇ ਲਈ ਜਿਹੜੀ ਬੱਚੇਦਾਨੀ ਹੈਗੀ ਹੈ ਉਹੀ ਕੱਢ ਦਿੰਦੇ ਨੇ। ਉਹਦਾ ਕੀ ਕਾਰਨ ਹੈ ਜੀ? ਫਾਰੂਕੀ ਜੀ, ਸਵਾਲ ਇਹ ਹੈ ਕਿ ਸਾਡੀ ਬਾਡੀ ਦੇ ਵਿੱਚ ਇੱਕ ਆਟੋਮੈਟਿਕਲੀ ਕੁਦਰਤ ਦੇ ਵੱਲੋਂ ਦਿੱਤਾ ਗਿਆ ਇੱਕ ਡਿਸਟਰੀਬਿਊਟਰ ਆ। ਡਿਸਟਰੀਬਿਊਟਰ ਵੰਡਣ ਵਾਲਾ। ਜਿਵੇਂ ਗੁਰੂ ਘਰ ਦੇ ਵਿੱਚ ਲੰਗਰ ਵਰਤਾਉਂਦੇ ਨੇ, ਉਹਨਾਂ ਨੂੰ ਪਤਾ ਕਿ ਬੱਚਾ ਵਾ, ਇਹਨੂੰ ਥੋੜ੍ਹਾ ਨਿਊਟ੍ਰੀਸ਼ਨ ਦੇਣਾ, ਇਹ ਵੱਡਾ ਵਾ, ਇਹਨੂੰ ਥੋੜ੍ਹਾ ਜਿਹਾ ਹੋਰ ਖਾਣਾ ਵੱਧ ਦਿੱਤਾ ਜਾਵੇ। ਲੇਡੀਜ਼ ਆ, ਉਹਨੂੰ ਉਸ ਹਿਸਾਬ ਨਾਲ ਖਾਣਾ ਪਰੋਸਿਆ ਜਾਂਦਾ ਵਾ। ਸਾਡੇ ਸਰੀਰ ਦੇ ਵਿੱਚ ਵੀ ਡਿਸਟਰੀਬਿਊਟਰ ਆ, ਜ਼ਰੂਰਤ ਦੇ ਮੁਤਾਬਕ ਨਿਊਟ੍ਰੀਸ਼ਨ ਉਹ ਵੰਡਦਾ। ਕਿਸ ਅੰਗ ਨੂੰ ਨਿਊਟ੍ਰੀਸ਼ਨ ਜ਼ਿਆਦਾ ਦਿੱਤਾ ਜਾਣਾ ਚਾਹੀਦਾ, ਕਿਸ ਅੰਗ ਨੂੰ ਨਿਊਟ੍ਰੀਸ਼ਨ ਘੱਟ ਦਿੱਤਾ ਜਾਣਾ ਚਾਹੀਦਾ। ਲੇਡੀਜ਼ ਦੇ ਵਿੱਚ ਖਾਸ ਕਰਕੇ ਡਿਸਟਰੀਬਿਊਟਰ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ, ਜ਼ਿਆਦਾ ਸੂਝ-ਬੂਝ ਨਾਲ ਡਿਸਟਰੀਬਿਊਸ਼ਨ ਕਰਨੀ ਪੈਂਦੀ ਆ। ਸਿਨੈਰੀਓ ਕੀ ਆ ਕਿ ਲੇਡੀਜ਼ ਨੇ ਖਾਣਾ ਘੱਟ ਖਾਧਾ, ਮਤਲਬ ਨਿਊਟ੍ਰੀਸ਼ਨ ਅੰਦਰ ਘੱਟ ਗਏ। 11 ਅੰਗ, ਉਦਾਹਰਨ ਵਜੋਂ 11 ਅੰਗ
ਜਿਨ੍ਹਾਂ ਨੂੰ ਇਹ ਡਿਸਟ੍ਰੀਬਿਊਸ਼ਨ ਹੋਣੀ ਆ, ਪਰ ਉਹ ਪੂਰਾ ਨਹੀਂ ਹੈ ਖਾਣਾ। ਤਾਂ ਹੁਣ ਡਿਸਟ੍ਰੀਬਿਊਟਰ ਕੀ ਕਰੂਗਾ? ਡਿਸਟ੍ਰੀਬਿਊਟਰ ਆਪਣੇ ਆਪ ਆਟੋਮੈਟਿਕਲੀ ਵਰਕ ਕਰ ਰਿਹਾ ਕਿ ਇਸ ਅੰਗ ਨੂੰ ਨਿਊਟ੍ਰੀਸ਼ਨ ਘੱਟ ਦਿੱਤੀ ਜਾਊਗੀ ਤਾਂ ਇਹ ਜਨਾਨੀ ਮਰੇਗੀ ਨਹੀਂ, ਇਹ ਔਰਤ ਮਰੇਗੀ ਨਹੀਂ। ਉਹ ਅੰਗ ਕਿਹੜੇ ਕਿਹੜੇ ਨੇ? ਆਪਾਂ ਦਿਮਾਗ ਲੜਾ ਕੇ ਦੇਖੀਏ। ਜੇ ਮੈਂ ਕਹਾਂ ਦਿਲ ਨੂੰ ਨਿਊਟ੍ਰੀਸ਼ਨ ਘੱਟ ਦਿੱਤੀ ਜਾਵੇ, ਕੰਮ ਚੱਲ ਜਾਏਗਾ? ਨਹੀਂ ਚੱਲੇਗਾ। ਲੀਵਰ ਨੂੰ ਪਹਿਲੇ ਲੈਵਲ ਤੇ ਘੱਟ ਦਿੱਤਾ ਜਾਵੇ, ਨਹੀਂ ਚੱਲੇਗਾ। ਤਾਂ ਦੇਖਦਾ ਡਿਸਟ੍ਰੀਬਿਊਟਰ ਇਹ ਹੈ ਕਿ ਉਹ ਕਿਸ ਅੰਗ ਨੂੰ ਘੱਟ ਨਿਊਟ੍ਰੀਸ਼ਨ ਦਿੱਤੀ ਜਾਵੇ। ਤਾਂ ਦੋ ਅੰਗ ਨਿਕਲ ਕੇ ਸਾਹਮਣੇ ਆਉਂਦੇ ਆ, ਇੱਕ ਮਸਲਸ, ਲੱਤਾਂ, ਟੂਈ, ਮਸਲਸ, ਦੂਸਰਾ ਬੱਚੇਦਾਨੀ। ਇਹਨਾਂ ਦੋਹਾਂ ਨੂੰ ਨਿਊਟ੍ਰੀਸ਼ਨ ਘੱਟ ਦਿੱਤੀ ਜਾਂਦੀ ਹੈ। ਇਸੇ ਕਰਕੇ ਔਰਤਾਂ ਨੂੰ ਲੱਤਾਂ 'ਚ ਦਰਦ, ਟੂਈ 'ਚ ਦਰਦ ਜਾਂ ਬੱਚੇਦਾਨੀ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਜ਼ਿਆਦਾ ਆਉਂਦੀਆਂ ਨੇ। ਬੱਚੇਦਾਨੀ ਨੂੰ ਇੱਕ ਐਸਾ ਅੰਗ ਮੰਨਿਆ ਜਾਂਦਾ ਕਿ ਜੇ ਇਹ ਪੂਰੀ ਤਰ੍ਹਾਂ ਡੈਮੇਜ ਵੀ ਹੋ ਜਾਂਦਾ, ਇਹਨੂੰ ਕੱਢ ਵੀ ਦਿੱਤਾ ਜਾਵੇ ਤਾਂ ਜਨਾਨੀ ਜਾਂ ਔਰਤ ਜਾਂ ਸਾਡੇ ਪਰਿਵਾਰਕ ਮੈਂਬਰ ਨੇ ਕਿਸੇ ਦੀ ਡੈਥ ਨਹੀਂ ਹੋਵੇਗੀ। ਇਹੀ ਸਿਸਟਮ ਸਾਡੇ ਡਿਸਟ੍ਰੀਬਿਊਟਰ ਨੇ ਵੀ ਅਡਾਪਟ ਕੀਤਾ ਹੋਇਆ। ਉਹ ਨਿਊਟ੍ਰੀਸ਼ਨ ਜੋ ਅੰਦਰ ਚਲਿਆ ਗਿਆ ਉਹ ਘੱਟ ਕਿਹਨੂੰ ਦਊਗਾ, ਉਹਦੀ ਮਜਬੂਰੀ ਆ ਅਤੇ ਉਹਦੇ ਨਾਲ ਸਮੱਸਿਆਵਾਂ ਆਉਂਦੀਆਂ ਜਾਂਦੀਆਂ ਨੇ। ਜੇ ਅਸੀਂ ਸਮਾਂ ਰਹਿੰਦੇ ਪਕੜ ਲਈਏ ਪ੍ਰੋਬਲਮ ਕਿੱਥੇ ਆ, ਤਾਂ ਅਸੀਂ ਸਮੱਸਿਆ ਨੂੰ ਵੱਡਾ ਹੋਣ ਤੋਂ ਪਹਿਲਾਂ ਹੀ ਰੋਕ ਸਕਦੇ ਹਾਂ। ਅਤੇ ਸਾਡੀ ਬਾਡੀ ਸਿਗਨਲ ਜ਼ਰੂਰ ਦਿੰਦੀ ਹੈ। ਇੱਦਾਂ ਨਹੀਂ ਹੁੰਦਾ ਕਿ ਬੱਚੇਦਾਨੀ ਦੇ ਵਿੱਚ ਰਸੌਲੀਆਂ ਸਿੱਧੀਆਂ ਬਣ ਜਾਣਗੀਆਂ। ਇੱਦਾਂ ਬਹੁਤ ਘੱਟ ਕੇਸਾਂ ਦੇ ਵਿੱਚ, ਰੇਅਰ ਕੇਸ ਦੇ ਵਿੱਚ ਸ਼ਾਇਦ ਹੋ ਜਾਵੇ, ਬਟ ਜਦੋਂ ਬੱਚੇਦਾਨੀ ਨੂੰ ਨਿਊਟ੍ਰੀਸ਼ਨ ਪ੍ਰੋਪਰ ਨਹੀਂ ਮਿਲਦੇ ਤਾਂ ਸਾਨੂੰ ਸਿਗਨਲ ਮਿਲਦੇ ਆ। ਪੀਰੀਅਡਸ ਮਿਸਮੈਚ ਹੋਣਗੇ, ਘੱਟ ਵੱਧ ਆਉਣਗੇ, ਲਕੋਰੀਆ ਹੋ ਸਕਦਾ ਵਾ, ਈਵਨ ਪੇਨ ਹੁੰਦੀ ਆ। ਸਟਾਰਟਿੰਗ ਕਿੱਥੋਂ ਹੁੰਦੀ ਹੈ? ਜਦੋਂ ਇਦਾਂ ਦੀ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਸੰਕੇਤ ਹੈ, ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਔਰਤਾਂ ਦੇ ਵਿੱਚ ਕਿਸੇ ਗੰਭੀਰ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਸਰੀਰ ਹੈ ਉਹ ਸੰਕੇਤ ਛੱਡਦਾ ਸਿਗਨਲ ਵਾਂਗੂ। ਹਾਂਜੀ, ਵੈਸੇ ਤਾਂ ਸਾਰੀਆਂ ਬਿਮਾਰੀਆਂ ਤੋਂ ਪਹਿਲਾਂ ਕੋਈ ਵੀ ਬਿਮਾਰੀ ਆ, ਬਾਡੀ ਸਾਡੀ ਸੰਕੇਤ ਜ਼ਰੂਰ ਦਿੰਦੀ ਆ, ਪਰ ਆਪਾਂ ਖਾਸ ਤੌਰ 'ਤੇ ਗੱਲ ਹੁਣ ਤੁਸੀਂ ਕਰ ਰਹੇ ਹੋ ਔਰਤਾਂ ਦੀ, ਜਾਣੀ ਕਿ ਬੱਚੇਦਾਨੀ ਨਾਲ ਸੰਬੰਧਿਤ। ਤਾਂ ਬੱਚੇਦਾਨੀ ਨਾਲ ਸੰਬੰਧਿਤ ਜੇ ਕੋਈ ਸਮੱਸਿਆ ਸਾਡੇ ਸਾਹਮਣੇ ਆਉਣੀ ਆ ਤਾਂ ਸਭ ਤੋਂ ਪਹਿਲਾਂ ਪੀਰੀਅਡਸ ਮਿਸਮੈਚ ਹੋਣਗੇ, ਸਮੇਂ ਤੋਂ ਪਹਿਲਾਂ ਜਾਂ ਬਾਅਦ 'ਚੋਂ ਹੋਣਗੇ ਜਾਂ ਅੱਗੇ ਪਿੱਛੇ, ਠੀਕ ਹੈ, ਫਲੋ ਘੱਟ ਜਾਂ ਵੱਧ ਹੋ ਸਕਦਾ ਵਾ। ਇਹ ਸਿਗਨਲ ਡੈਫੀਨੇਟਲੀ ਮਿਲਦਾ ਵੀ ਆ, ਪਰ ਔਰਤਾਂ ਸਾਡੇ ਪਰਿਵਾਰਾਂ ਦੇ ਵਿੱਚ, ਤੁਹਾਨੂੰ ਸਾਡੇ ਸਮਾਜ ਦਾ ਪਤਾ ਵਾ ਕਿ ਜੱਕਦੀਆਂ ਨੇ, ਸ਼ਰਮਾਉਂਦੀਆਂ ਨੇ, ਸਮੇਂ 'ਤੇ ਗੱਲ ਨਹੀਂ ਕਰਦੀਆਂ। ਦੂਸਰਾ ਕਾਰਨ ਇਹ ਵੀ ਆ ਕਿ ਇਹਦਾ ਦਰਦ ਨਹੀਂ ਹੁੰਦਾ। ਅਗਰ ਪੀਰੀਅਡਸ ਘੱਟ ਜਾਂ ਵੱਧ ਆਏ ਤਾਂ ਵੀ ਕੋਈ ਦਿੱਕਤ ਨਹੀਂ, ਅੱਗੇ ਜਾਂ ਪਿੱਛੇ ਹੋ ਗਿਆ, ਟਾਈਮਿੰਗ ਦੀ ਹਿੱਲ ਗਈ ਸਿਸਟਮ, ਤਾਂ ਵੀ ਕੋਈ ਦਿੱਕਤ ਨਹੀਂ, ਤਕਲੀਫ ਨਹੀਂ ਹੈ। ਉਹ ਉਹਨਾਂ ਚਿਰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਚਲੋ ਕੋਈ ਗੱਲ ਨਹੀਂ, ਇਹ ਤਾਂ ਕਾਮਨ, ਕਿਸੇ ਵੀ ਢੰਗ ਨਾਲ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਨੇ, ਪਰ ਨਤੀਜੇ ਬੜੇ ਗੰਭੀਰ ਹੁੰਦੇ ਆ। ਅੱਗੇ ਚੱਲ ਕੇ ਇਹ ਸਰਜਰੀ ਵੱਲ ਨੂੰ ਸਿਸਟਮ ਚਲਿਆ ਜਾਂਦਾ। ਹੋ ਸਕਦਾ ਕਿ ਸਰਜਰੀ, ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿ ਅਗਰ ਮੰਨ ਲਓ 30, 35, 40 ਸਾਲ ਦੀ ਉਮਰ ਦੇ ਵਿੱਚ ਬੱਚੇ ਹੋਣ ਤੋਂ ਬਾਅਦ ਇਹ ਸਮੱਸਿਆ ਆ ਜਾਵੇ ਤਾਂ ਚਲੋ ਕਿਤੇ ਨਾ ਕਿਤੇ ਮਨ ਸਮਝਾ ਲਿਆ ਜਾਂਦਾ, ਪਰ ਇਹ ਪ੍ਰੋਬਲਮ ਅਨਮੈਰਿਡ ਕੁੜੀਆਂ ਦੇ ਵਿੱਚ ਵੀ ਆਉਣ ਲੱਗ ਗਈ। ਇਨਫਰਟੀਲਿਟੀ ਦਾ ਵੀ ਬਹੁਤ ਵੱਡਾ ਕਾਰਨ ਖੜਾ ਹੋ ਗਿਆ। ਇਸ ਕਰਕੇ ਮੇਰਾ ਤਾਂ ਸਿੱਧਾ ਹੀ ਸੁਨੇਹਾ ਕਿ ਜੇ ਕਿਸੇ ਭੈਣ ਨੂੰ ਹਾਰਮੋਨ ਨਾਲ ਸੰਬੰਧਿਤ ਸਮੱਸਿਆ ਸ਼ੁਰੂ ਹੋਈ ਆ, ਲਕੋਰੀਆ ਸਟਾਰਟ ਹੋ ਚੁੱਕਿਆ ਵਾ, ਪੀਰੀਅਡਸ ਮਿਸਮੈਚ ਹੁੰਦੇ ਆ, ਤਾਂ ਬਿਲਕੁਲ ਨਜ਼ਰਅੰਦਾਜ਼ ਨਾ ਕਰੋ। ਆਪਣੇ ਖਾਣ ਪਾਣ ਦੇ ਉੱਤੇ ਗੌਰ ਕਰੋ। ਕਿਸੇ ਨਾ ਕਿਸੇ ਵਧੀਆ ਨੇਚਰੋਪੈਥ ਨਾਲ ਕੰਸਲਟ ਕਰਕੇ ਆਪਣੇ ਸਰੀਰ ਦੀ ਪੂਰਨ ਸੰਭਾਲ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਅੱਗੇ ਸਮੂਥ ਰਹੇ। ਜੀ। ਫਿਰ ਤੁਸੀਂ ਇੱਥੇ ਦੋ ਚੀਜ਼ਾਂ ਦੱਸੀਆਂ ਨੇ ਵੈਦ ਜੀ, ਕਿ ਕੁਦਰਤ ਦੇ ਨੇੜੇ ਭੋਜਨ ਔਰ ਪੌਸ਼ਟਿਕ ਭੋਜਨ, ਦੋ ਚੀਜ਼ਾਂ ਹੋ ਗਈਆਂ। ਅਤੇ ਉਸ ਤੋਂ ਪਹਿਲਾਂ ਅਸੀਂ ਇਸ ਬਾਬਤ ਤੁਹਾਡੇ ਨਾਲ ਗੱਲਬਾਤ ਕਰਾਂਗੇ। ਫਿਰ ਸਾਨੂੰ ਇਹ ਦੱਸੋ ਕਿ ਅਗਰ ਇੱਦਾਂ ਦੇ ਸੰਕੇਤ ਸਰੀਰ ਛੱਡਦਾ ਹੈ, ਇੱਦਾਂ ਦੀ ਚੀਜ਼ਾਂ ਵੱਲ ਸਾਡੇ ਇਸ਼ਾਰੇ ਕਰਦਾ ਹੈ, ਅਤੇ ਫਿਰ ਦਵਾਈਆਂ ਇਸ ਚੀਜ਼ ਦਾ ਹੱਲ ਹੈਗੀਆਂ ਨੇ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ? ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਪੈਟਰੋਲ ਵਾਲੀ ਗੱਡੀ ਡੀਜ਼ਲ ਨਾਲ ਚਲਾਉਣਾ ਮੁਨਾਸਿਬ ਨਹੀਂ ਹੈਗਾ। ਕੁਦਰਤ ਨੇ ਬਹੁਤ ਕੁਝ ਦਿੱਤਾ ਹੋਇਆ, ਅਸਲ ਵਿੱਚ ਦਵਾਈਆਂ ਦੀ ਜ਼ਰੂਰਤ ਨਹੀਂ ਹੈ। ਕੁਦਰਤ ਨੇ ਬਹੁਤ ਸਾਰੇ ਵਿਕਲਪ ਦਿੱਤੇ ਨੇ। ਨੋ ਡਾਊਟ ਕਿ ਆਪਾਂ ਅੱਜ ਦੇ ਮਾਡਰਨ ਸਮੇਂ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਓਨੀ ਮਾਤਰਾ ਦੇ ਵਿੱਚ ਇਸਤੇਮਾਲ ਨਹੀਂ ਕਰ ਸਕਦੇ, ਤਾਂ ਨੇਚਰੋਪੈਥੀ ਵੀ ਕੁਛ ਨਾ ਕੁਛ ਮਾਡਰਨ ਜੋ ਸਾਇੰਸ ਆ ਉਹਨੂੰ ਇਸਤੇਮਾਲ ਕਰਕੇ ਕੁਛ ਚੀਜ਼ਾਂ, ਜਿਵੇਂ ਮੈਂ ਉਦਾਹਰਨ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰੀਰ ਦੀ ਜ਼ਰੂਰਤ ਆ 1 ਤੋਂ ਲੈ ਕੇ 2 ਕਿਲੋ ਫਰੂਟਸ ਡੇਲੀ ਖਾਣਾ, 700 ਗ੍ਰਾਮ ਤੋਂ 1 ਕਿਲੋ ਲੈ ਕੇ ਕੱਚੀਆਂ ਸਬਜ਼ੀਆਂ ਖਾਣਾ ਡੇਲੀ, ਪਰ ਇੰਨੀਆਂ ਆਪਾਂ ਨਹੀਂ ਖਾ ਸਕਦੇ। ਤਾਂ ਲੈਬ ਦੇ ਵਿੱਚ ਫਰੂਟਸ ਦੇ ਜੂਸ ਤਿਆਰ ਕੀਤੇ ਜਾਂਦੇ ਨੇ, ਸਬਜ਼ੀਆਂ ਦੇ ਵੀ ਅੱਜ ਦੀ ਡੇਟ ਦੇ ਵਿੱਚ ਜੂਸ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਐਕਸਟਰੈਕਟ ਕੱਢ ਲਏ ਜਾਂਦੇ ਨੇ। ਸਿਰਫ ਉਹਨਾਂ ਨੂੰ ਇਸਤੇਮਾਲ ਕਰਕੇ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਨੂੰ ਕਵਰ ਕੀਤਾ ਜਾ ਸਕਦਾ। ਮੇਰੇ ਕਹਿਣ ਦਾ ਮਤਲਬ ਨੈਚੁਰਲ ਮੈਡੀਸਨ, ਕੁਦਰਤੀ ਦਵਾਈਆਂ ਅੱਜ ਅਵੇਲੇਬਲ ਨੇ। ਇਹਨਾਂ ਨੂੰ ਵਰਤ ਕੇ ਅਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ
ਬਿਲਕੁਲ ਕੁਦਰਤੀ ਢੰਗ ਨਾਲ ਠੀਕ ਕਰ ਸਕਦੇ ਹਾਂ। ਜੀ ਇੱਕ ਤਾਂ ਹੋਈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੈਦ ਜੀ, ਆਖਰੀ ਸਵਾਲ ਹੈ ਮੇਰਾ ਤੁਹਾਡੇ ਕੋਲੋਂ, ਨਿਊਟ੍ਰੀਸ਼ਨ ਦੀ ਗੱਲ ਤੁਸੀਂ ਕਰ ਰਹੇ ਹੋ। ਦੂਸਰੀ ਚੀਜ਼ ਸਾਨੂੰ ਇਹ ਦੱਸੋ ਕਿ ਸਾਡੇ ਘਰ ਦੇ ਵਿੱਚ, ਸਾਡੇ ਰਸੋਈ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਸੀ ਕਿ ਮੌਜੂਦ ਨੇ ਜਿਨ੍ਹਾਂ ਨੂੰ ਸਾਜ਼ਿਸ਼ ਤਹਿਤ ਗਾਇਬ ਕਰ ਦਿੱਤਾ ਗਿਆ, ਤੇ ਜੇਕਰ ਅਸੀਂ ਉਹਨਾਂ ਵੱਲ ਮੋੜਾ ਪਾ ਲਈਏ, ਜਿਹੜੀਆਂ ਤੁਸੀਂ ਬਿਮਾਰੀਆਂ ਦੱਸੀਆਂ ਨੇ, ਇਹ ਆਉਣਗੀਆਂ ਹੀ ਨਹੀਂ, ਹੋਣਗੀਆਂ ਹੀ ਨਹੀਂ ਸਾਡੀਆਂ ਧੀਆਂ ਭੈਣਾਂ ਨੂੰ। ਹਾਂਜੀ ਫਾਰੂਕੀ ਜੀ, ਸਾਡੀ ਤਾਂ ਮੈਂ ਵਿੱਚ ਇੱਕ ਸ਼ਬਦ ਵਰਤਿਆ ਸੀ, ਯੂਜ਼ ਫੂਡ ਐਜ਼ ਮੈਡੀਸਨ। ਅਸੀਂ ਭੋਜਨ ਨੂੰ ਮੈਡੀਸਨ ਦੇ ਰੂਪ ਦੇ ਵਿੱਚ ਵਰਤ ਸਕਦੇ ਹਾਂ, ਜਾਂ ਇਹ ਗੱਲ ਕਹਿ ਲਈਏ ਕਿ ਸਾਡਾ ਭੋਜਨ ਹੀ ਸਾਡੀ ਦਵਾਈ ਹੈ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਾਡੀ ਰਸੋਈ ਦੇ ਵਿੱਚ ਜਿੰਨੇ ਵੀ ਮਸਾਲੇ ਨੇ ਉਹ ਆਪਣੇ ਆਪ ਦੇ ਵਿੱਚ ਦਵਾਈਆਂ ਹੀ ਨੇ। ਜੇਕਰ ਆਪਾਂ ਗੱਲ ਕਰੀਏ ਗੈਸਟ੍ਰਿਕ ਪ੍ਰੋਬਲਮਸ ਦੀ, ਪੇਟ ਦੇ ਵਿੱਚ ਗੈਸ, ਤੇਜ਼ਾਬ, ਕਬਜ਼ ਬਣਦਾ, ਸਾਡੇ ਬਹੁਤ ਸਾਰੇ ਭੈਣ ਭਰਾ ਰੋਜ਼ ਲਗਾਤਾਰ ਗੋਲੀਆਂ ਖਾਂਦੇ ਆ। ਮੈਂ ਫਾਰਮੂਲਾ ਦੱਸਦਾ, ਜੀਰਾ, ਅਜਵਾਇਣ ਤੇ ਸੌਂਫ, ਤਿੰਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਲਓ, ਪਾਊਡਰ ਬਣਾ ਲਓ, ਅੱਧਾ ਚਮਚ ਹਰ ਰੋਜ਼ ਸਵੇਰੇ ਗੁਨਗੁਨੇ ਪਾਣੀ ਨਾਲ ਲੈ ਲਓ। 7 ਦਿਨਾਂ ਬਾਅਦ ਕਿਸੇ ਤਰ੍ਹਾਂ ਦਾ ਐਂਟੀਐਸਿਡ ਲੈਣ ਦੀ ਜ਼ਰੂਰਤ ਨਹੀਂ ਹੈ। ਦੂਸਰਾ ਕੰਮ ਹੋਰ ਕਰਨਾ, ਖਾਣਾ ਖਾਣ ਤੋਂ ਬਾਅਦ ਸ਼ੱਕਰ, ਉਹਦੇ ਵਿੱਚ ਥੋੜ੍ਹੀ ਜਿਹੀ ਸੌਂਫ ਤੇ ਥੋੜ੍ਹਾ ਜਿਹਾ ਨਾਰੀਅਲ ਦਾ ਬੁਰਾਦਾ, ਖੋਪੇ ਦਾ ਬੁਰਾਦਾ, ਉਹ ਚੀਜ਼ਾਂ ਮਿਕਸ ਕਰਕੇ ਰੱਖ ਲਓ। ਹਰ ਰੋਜ਼ 1 ਚਮਚ ਖਾਣਾ ਖਾਣ ਤੋਂ ਬਾਅਦ ਉਹ ਖਾਓ। ਪੇਟ ਦੀ ਕੋਈ ਸਮੱਸਿਆ ਕਦੇ ਵੀ ਨੇੜੇ ਨਹੀਂ ਆਊਗੀ। ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਰਸੋਈ ਦੇ ਵਿੱਚ ਤਾਂ ਬਹੁਤ ਕੁਛ ਹੈ, ਜਿਹੜੀ ਮਰਜ਼ੀ ਬਿਮਾਰੀ ਦਾ ਆਪਾਂ ਹੱਲ ਲੱਭ ਲਈਏ। ਤੁਸੀਂ ਜਿਹੜੀ ਕਿਸੇ ਹੋਰ ਬਿਮਾਰੀ ਦੇ ਬਾਰੇ ਜਾਣਨਾ ਚਾਹੁੰਦੇ ਹੋ ਉਹ ਪੁੱਛ ਸਕਦੇ ਹੋ। ਜੀ। ਤੇ ਫਿਰ ਅੱਜ ਸਭ ਤੋਂ ਵੱਧ ਜਿਹੜੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਕਬਜ਼ ਦੀ ਬੜੀ ਸਮੱਸਿਆ ਹੈ, ਕਿਉਂਕਿ ਸ਼ੁਰੂਆਤ ਹੀ ਜਿਹੜੀ ਵੱਡੀਆਂ ਬਿਮਾਰੀਆਂ ਦੀ ਕਬਜ਼ ਤੋਂ ਹੁੰਦੀ ਹੈ। ਤੇ ਇਸ ਕਬਜ਼ ਵਾਲੇ ਪਾਸੇ ਨੂੰ ਅਸੀਂ ਜਾਈਏ ਹੀ ਨੇ, ਸਾਨੂੰ ਕਬਜ਼ ਹੋਵੇ ਹੀ ਨਾ, ਸਾਡਾ ਪੇਟ ਹੀ ਸਾਫ਼ ਹੋਵੇ, ਉਸ ਤੋਂ ਬਾਅਦ ਹੀ ਬਿਮਾਰੀਆਂ ਵੱਲ ਅਸੀਂ ਵੱਧਦੇ ਹਾਂ। ਤੇ ਫਿਰ ਕਬਜ਼ ਦਾ ਤੁਹਾਡੇ ਕੋਲ ਬੜਾ ਬਿਹਤਰੀਨ ਫਾਰਮੂਲਾ ਤੁਸੀਂ ਦੱਸ ਰਹੇ ਸੀ, ਉਹ ਵੀ ਸਾਡੇ ਨਾਲ ਸਾਂਝਾ ਕਰੋ। ਹਾਂਜੀ, ਵੈਸੇ ਜੇ ਆਪਾਂ ਰਸੋਈ ਦੀ ਗੱਲ ਕਰੀਏ ਤਾਂ ਹਰ ਘਰ ਦੇ ਵਿੱਚ ਰਸੋਈ ਤੇ ਮੇਥੀ, ਜਵੈਣ ਤੇ ਮੇਥੀ, ਇਹ 2 ਚੀਜ਼ਾਂ ਆਪਣੀ ਰਸੋਈ ਦੇ ਵਿੱਚ ਅਵੇਲੇਬਲ ਨੇ। ਇੱਕ ਦਿਨ ਅੱਧਾ ਚਮਚ ਮੇਥੀ ਨੂੰ 1 ਗਲਾਸ ਪਾਣੀ ਦੇ ਵਿੱਚ ਉਬਾਲ ਲਓ, ਮੇਥੀ ਚੱਬ ਕੇ ਖਾ ਲਓ, ਉੱਪਰ ਦੀ ਪਾਣੀ ਪੀ ਲਓ। ਅਗਲੇ ਦਿਨ ਅਜਵਾਇਣ ਅੱਧਾ ਚਮਚ ਉਬਾਲ ਕੇ ਉਹਦਾ ਪਾਣੀ ਪੀਓ ਤੇ ਨਾਲ ਹੀ ਅਜਵਾਇਣ ਵੀ ਖਾ ਲਓ। 5-7 ਦਿਨ ਕਰਦੇ ਜਾਓ, ਕਬਜ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹੂਗਾ। ਕਦੇ ਵੀ ਕੋਈ ਕਬਜ਼ ਦੀ ਦਵਾਈ ਦੀ ਜ਼ਰੂਰਤ ਨਹੀਂ ਪਊਗੀ। ਦੂਸਰਾ, ਪਹਿਲਾਂ ਦੱਸ ਚੁੱਕੇ ਹਾਂ ਕਿ ਖਾਣਾ ਖਾਣ ਤੋਂ ਬਾਅਦ ਸ਼ੱਕਰ, ਖੋਪੇ ਦਾ ਬੁਰਾਦਾ ਤੇ ਸੌਂਫ, ਤਿੰਨਾਂ ਚੀਜ਼ਾਂ ਦਾ ਮਿਕਸਚਰ ਰੱਖੋ, ਉਹਨੂੰ ਇਸਤੇਮਾਲ ਕਰੋ। ਪੇਟ ਹਮੇਸ਼ਾ ਲਈ ਸਾਫ਼ ਰਹੂਗਾ। ਪੇਟ ਸਾਫ਼ ਤਾਂ ਬਿਮਾਰੀਆਂ ਸਾਫ਼। ਜੀ। ਤੇ ਫਿਰ ਅਗਰ ਤੁਹਾਨੂੰ ਮਿਲਣਾ ਹੋਵੇ ਵੈਦ ਜੀ, ਤੁਸੀਂ ਕਿੱਥੇ ਮਿਲਦੇ ਹੋ ਤੇ ਕੀ ਤੁਹਾਡਾ ਕੰਟੈਕਟ ਨੰਬਰ ਹੈ? ਕਿਉਂਕਿ ਅਕਸਰ ਸਾਡੇ ਕੋਲੋਂ ਲੋਕ ਪੁੱਛਦੇ ਨੇ ਕਿ ਆਪਣਾ ਸੰਪਰਕ ਨੰਬਰ ਤੁਸੀਂ ਜ਼ਰੂਰ ਦਿਓ। ਸਰ, ਸਾਡਾ ਐਡਰੈਸ ਹੈਗਾ HW ਨੇਚਰੋ ਕਲੀਨਿਕ, ਗਿੱਲਾਂ ਵਾਲੀ ਨਹਿਰ ਦੇ ਨੇੜੇ, ਸ਼ਿਮਲਾਪੁਰੀ, ਗਲੀ ਨੰਬਰ 2। ਮੋਬਾਈਲ ਨੰਬਰ ਜਿਹੜਾ ਹੈਗਾ ਮੈਂ ਆਪਣੀ ਟੀਮ ਮੈਂਬਰ ਦਾ ਦੇਣਾ ਚਾਹੂੰਗਾ, ਕਿਉਂਕਿ ਸਾਰੀਆਂ ਕਾਲਾਂ ਮੇਰੇ ਤੋਂ ਅਟੈਂਡ ਨਹੀਂ ਹੁੰਦੀਆਂ, ਉਹ ਦੁਬਾਰਾ ਬਾਅਦ ਦੇ ਵਿੱਚ ਦੇ ਸਕਦੇ ਆ। 7009627939। ਰਿਪੀਟ ਕਰ ਦਿੰਦਾ, 7009627939। ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਵੈਦ ਜੀ, ਤੁਸੀਂ ਟਾਈਮ ਕੱਢਿਆ, ਬੜੀ ਮਹੱਤਵਪੂਰਨ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਇਸ ਲਈ ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਵੈਦ ਅਨੰਦ ਕੁਮਾਰ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੈਮੀਕਲ ਨਾਲ ਜੇਕਰ ਅਸੀਂ ਇਲਾਜ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਡੇ ਸਰੀਰ ਦਾ ਨੁਕਸਾਨ ਹੈ ਉਹ ਹੋਣਾ ਤੈਅ ਹੈ। ਉਹਨਾਂ ਆਖਿਆ ਕਿ ਕੁਦਰਤ ਦੇ ਨੇੜੇ ਰਹਿ ਕੇ, ਕੁਦਰਤ ਦੀ ਗੋਦ ਦੇ ਵਿੱਚ ਰਹਿ ਕੇ ਕੀਤਾ ਗਿਆ ਟ੍ਰੀਟਮੈਂਟ ਹੀ ਜਿਹੜਾ ਰੋਗ ਨੂੰ ਜੜੋਂ ਖਤਮ ਕਰ ਸਕਦਾ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਵੈਦ ਜੀ ਹੋਰਾਂ ਨੂੰ ਗੁਜ਼ਾਰਿਸ਼ ਕਰਕੇ ਇਹਨਾਂ ਦੀ ਟੀਮ ਦੇ ਨਾਲ ਰਾਬਤਾ ਕਰਕੇ ਉਸ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਦਿੱਤਾ ਜਾ ਸਕੇ। ਫਿਰ ਵੀ ਜੇਕਰ ਫੋਨ ਕਾਲ ਜ਼ਿਆਦਾ ਬਿਜ਼ੀ ਹੁੰਦਾ ਜਾਂ ਫੋਨ ਜ਼ਿਆਦਾ ਬਿਜ਼ੀ ਹੁੰਦਾ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਹੈ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ, ਤੇ ਜਿਸ ਦਾ ਜਿਹੜਾ ਰਿਪਲਾਈ ਹੈਗਾ ਬਾਅਦ ਦੇ ਵਿੱਚ ਵੈਦ ਜੀ ਦੀ ਟੀਮ ਹੈਗੀ ਹੈ ਜਿਹੜੀ, ਉਹ ਜ਼ਰੂਰ ਤੁਹਾਨੂੰ ਦੇਵੇਗੀ। ਪਰ ਉਹਨਾਂ ਲੋਕਾਂ ਕੋਲੋਂ ਸਾਵਧਾਨ ਰਹੋ ਜਿਹੜੇ ਲੋਕ ਇਸ ਵੇਲੇ ਜਾਲਸਾਜ਼ੀ ਦਾ ਕੰਮ ਕਰ ਰਹੇ ਨੇ। ਧੰਨਵਾਦ।